ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾ ਤੁਹਾਨੂੰ ਗੁਰਦੁਆਰਾ ਸਾਹਿਬ ਬਾਬਾ ਅਟੱਲ ਰਾਏ ਜੀ ਦੇ ਦਰਸ਼ਨ ਕਰਾਉਣੇ ਨੇ। ਦੋਸਤੋ ਇਹ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਣਿਆ ਹੋਇਆ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਇਸ ਦੀ ਇਮਾਰਤ ਬਣੀ ਹੋਈ ਹੈ। ਸੋ ਦੋਸਤੋ ਇਹ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਣੀਆਂ ਇਮਾਰਤਾਂ ਦੇ ਵਿੱਚੋਂ ਸਭ ਤੋਂ ਉੱਚੀ ਇਮਾਰਤ ਹੈ। ਦੋਸਤੋ ਇਸ ਗੁਰਦੁਆਰਾ ਸਾਹਿਬ ਦੀਆਂ 9 ਮੰਜ਼ਿਲਾਂ ਨੇ। ਆ ਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਅਤੇ ਉਸ ਤੋਂ ਬਾਅਦ ਦੱਸਦੇ ਹਾਂ ਤੁਹਾਨੂੰ ਇਸ ਦੇ ਇਤਿਹਾਸ ਬਾਰੇ। ਸੋ ਦੋਸਤੋ ਇਹ ਦੇਖੋ ਕਿ ਇਹ ਨਾ ਸਾਰੀ ਮੀਨਾਕਾਰੀ ਪੁਰਾਤਨ ਤਰੀਕੇ ਨਾਲ ਕੀਤੀ ਗਈ ਹੈ। ਸੋ ਇਹ ਪੁਰਾਤਨ ਚੀਨੀ ਦੀ ਵਰਤੋਂ ਕੀਤੀ ਗਈ ਆ ਅਤੇ ਉੱਪਰ ਤੁਹਾਨੂੰ ਦਿਖਾਉਣੇ ਆ ਦੋਸਤੋ। ਇਹ ਦੇਖੋ ਕਿੰਨੀ ਖੂਬਸੂਰਤ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਅਤੇ ਇਸ ਗੁਰਦੁਆਰਾ ਸਾਹਿਬ ਦੀਆਂ 9 ਮੰਜ਼ਿਲਾਂ ਨੇ। ਸਭ ਤੋਂ ਉੱਚੀ ਇਮਾਰਤ ਹੈ ਅੰਮ੍ਰਿਤਸਰ ਵਿਖੇ ਇਹ। ਦੇਖੋ ਦੋਸਤੋ ਮੀਨਾਕਾਰੀ ਕਿੰਨੀ ਖੂਬਸੂਰਤ ਕੀਤੀ ਗਈ ਹੈ। ਸੋ ਇਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿਛਲੇ ਪਾਸੇ ਆ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਦੋਸਤੋ ਤੁਸੀਂ। ਆਜੋ ਦਿਖਾਉਣੇ ਆ ਤੁਹਾਨੂੰ ਹੋਰ ਵੀ ਅੱਗੇ ਇਮਾਰਤਾਂ ਬਣੀਆਂ ਹੋਈਆਂ ਨੇ। ਦੋਸਤੋ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਵੀ ਇਸ ਜਗ੍ਹਾ ਦੇ ਨਾਲ ਜੁੜਿਆ ਹੋਇਆ ਹੈ। ਸੋ ਉਹਨਾਂ ਦੀ ਇੱਥੇ ਯਾਦਗਾਰ ਵੀ ਬਣੀ ਹੋਈ ਹੈ। ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਵੀ ਕਰਵਾਵਾਂਗੇ। ਪਹਿਲਾਂ ਤੁਸੀਂ ਇੱਧਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਓ। ਇਹ ਦੇਖੋ ਦੋਸਤੋ ਕਿੰਨੀ ਖੂਬਸੂਰਤ ਮੀਨਾਕਾਰੀ ਕੀਤੀ ਗਈ ਹੈ ਅਤੇ ਪੁਰਾਤਨ ਤਰੀਕੇ ਦੇ ਨਾਲ ਕੀਤੀ ਗਈ ਹੈ। ਕਿੰਨੀ ਜ਼ਿਆਦਾ ਮਿਹਨਤ ਆਈ ਹੋਵੇਗੀ ਇਸ ਮੀਨਾਕਾਰੀ 'ਤੇ। ਸੋ ਇਹ ਦੇਖੋ ਦੋਸਤੋ ਇਹ ਤੁਹਾਨੂੰ ਨਾ ਇੱਥੋਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ 9 ਮੰਜ਼ਿਲਾਂ ਨੇ ਇੱਥੋਂ ਆਸਾਨ ਤਰੀਕੇ ਨਾਲ ਦਿਸ ਜਾਣਗੀਆਂ। ਅਤੇ ਇਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਾਈਡ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਗਿਆ ਹੈ। ਇਹ ਉਸ ਜਗ੍ਹਾ ਹੈ। ਸੋ ਦੋਸਤੋ ਕਿੰਨੀ ਖੂਬਸੂਰਤੀ ਕਾਇਮ ਰੱਖੀ ਗਈ ਹੈ ਇਸ ਜਗ੍ਹਾ ਦੀ। ਧੰਨ ਬਾਬਾ ਅਟੱਲ ਰਾਏ ਜੀ ਦੀ ਯਾਦਗਾਰ ਇਹ। ਸੋ ਇਹ ਨਾਲ ਗੁਰਦੁਆਰਾ ਸਾਹਿਬ ਦੇ ਬਹੁਤ ਖੂਬਸੂਰਤ ਇਮਾਰਤ ਬਣੀ ਹੋਈ ਆ ਦੋਸਤੋ। ਬਹੁਤ ਹੀ ਦਿਲਚਸਪ ਇਮਾਰਤ ਹੈ ਇਹ। ਅਤੇ ਮੇਰੇ ਬਹੁਤੇ ਦੋਸਤਾਂ ਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਨਹੀਂ ਪਤਾ। ਬਹੁਤਿਆਂ ਨੂੰ ਪਤਾ ਵੀ ਆ। ਚਲੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਇਸ ਜਗ੍ਹਾ ਦੇ ਇਤਿਹਾਸ ਬਾਰੇ। ਸੋ ਆਜੋ ਪਹਿਲਾਂ ਤੁਹਾਨੂੰ ਇਹਨਾਂ ਇਮਾਰਤਾਂ ਦੇ ਦਰਸ਼ਨ ਕਰਵਾਉਣੇ ਆ ਚੰਗੀ ਤਰ੍ਹਾਂ। ਸੋ ਇਹ ਦੇਖ ਲਓ ਦੋਸਤੋ ਇਹ ਇਮਾਰਤਾਂ ਨੇ ਪੁਰਾਤਨ ਤਰੀਕੇ ਨਾਲ ਬਣੀਆਂ ਹੋਈਆਂ। ਸੋ ਦੋਸਤੋ ਇੱਥੇ ਨਾ ਸੋਨੇ ਦੇ ਪੱਤਰਿਆਂ ਦੀ ਸੇਵਾ ਚੱਲ ਰਹੀ ਆ। ਪੁਰਾਤਨ ਮੀਨਾਕਾਰੀ ਦੀ ਕਾਰ ਸੇਵਾ ਚੱਲ ਰਹੀ ਹੈ ਇੱਥੇ। ਸੋ ਜਿਨ੍ਹਾਂ ਮੇਰੇ ਵੀਰਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨ ਪੁੰਨ ਕਰਨਾ ਤਾਂ ਉਹ ਇਸ ਜਗ੍ਹਾ 'ਤੇ ਦਾਨ ਪੁੰਨ ਕਰ ਸਕਦਾ ਹੈ, ਚਾਹੇ ਮਾਇਆ ਦਾ ਹੋਵੇ ਚਾਹੇ ਸੋਨੇ ਦਾ ਹੋਵੇ। ਸੋ ਆ ਜਾਓ ਦੋਸਤੋ ਤੁਹਾਨੂੰ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਮੀਨਾਕਾਰੀ ਦਿਖਾਉਣੇ ਆ ਕਿ ਕਿੰਨੀ ਖੂਬਸੂਰਤ ਤਰੀਕੇ ਨਾਲ ਕੀਤੀ ਹੋਈ ਆ। ਸੋ ਇਹ ਦਰਬਾਰ ਸਾਹਿਬ ਦੇ ਅੰਦਰ ਦਾ ਸੀਨ ਆ। ਸੋ ਇਹ ਦੇਖੋ ਦੋਸਤੋ ਆਹ ਦਰਬਾਰ ਸਾਹਿਬ ਦੀ ਛੱਤ ਹੈ। ਛੱਤ ਦੇ ਦਰਸ਼ਨ ਕਰੋ। ਦੇਖੋ ਕਿ ਇਹ ਆਹ ਸਾਈਡਾਂ 'ਤੇ ਇਮਾਰਤਾਂ ਨੇ। ਦੇਖੋ ਪੂਰੇ ਪੁਰਾਤਨ ਤਰੀਕੇ ਨਾਲ ਬਹੁਤ ਬਰੀਕੀ ਦੇ ਨਾਲ ਮੀਨਾਕਾਰੀ ਕੀਤੀ ਹੋਈ ਹੈ ਦੋਸਤੋ ਇਹ। ਸੋ ਸਲਾਮ ਆ ਦੋਸਤੋ ਇਹਨਾਂ ਇਮਾਰਤਾਂ ਨੂੰ ਬਣਾਉਣ ਵਾਲਿਆਂ ਨੂੰ। ਸੋ ਬਣਵਾਉਣ ਵਾਲਾ ਤਾਂ ਉਹ ਪਰਮਾਤਮਾ ਹੈ। ਚਲੋ ਇਨਸਾਨ ਇੱਕ ਜ਼ਰੀਆ ਬਣਿਆ ਹੁੰਦਾ ਹੈ ਜਿਨ੍ਹਾਂ ਦੇ ਹੱਥੀਂ ਪਰਮਾਤਮਾ ਨੇ ਇਹ ਕੰਮ ਕਰਵਾਉਣਾ ਹੁੰਦਾ ਹੈ। ਸੋ ਆ ਜਾਓ ਤੁਹਾਨੂੰ ਬਾਹਰ ਦੇ ਦਰਸ਼ਨ ਕਰਵਾਉਣੇ ਆ।
ਸੋ ਇਹ ਲੰਗਰ ਹਾਲ ਬਣਿਆ ਹੋਇਆ ਦੋਸਤੋ। ਸੋ ਦੋਸਤੋ ਲੰਗਰ ਹਾਲ ਸਾਹਿਬ ਆ ਨਾ ਜਿਹੜਾ, ਉਹ ਪੁਰਾਤਨ ਇੱਟਾਂ ਦੇ ਨਾਲ ਬਣਿਆ ਹੋਇਆ ਹੈ। ਸੋ ਇਹ ਆ ਦੋਸਤੋ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ। ਸੋ ਇਸ ਜਗ੍ਹਾ 'ਤੇ ਕਹਿੰਦੇ ਨੇ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਉਹਨਾਂ ਦਾ ਬਾਅਦ ਦੇ ਵਿੱਚ ਇੱਥੇ ਯਾਦਗਾਰ ਬਣਾਈ ਗਈ ਉਹਨਾਂ ਦੀ ਇੱਥੇ। ਸੋ ਦੋਸਤੋ ਇਹ ਬਾਹਰ ਉਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਹੈ। ਜੇ ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਆਵੋ ਤਾਂ ਇਸ ਜਗ੍ਹਾ ਨੂੰ ਜ਼ਰੂਰ ਦੇਖੋ ਤੁਸੀਂ, ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ। ਦੋਸਤੋ ਇਹ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਆ ਅਤੇ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਚਾਨਣਾ ਪਾਉਣੇ ਆ। ਕਹਿੰਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਗੁਰੂ ਕੇ ਲਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈਸਵੀ ਨੂੰ ਲਾਹੌਰ ਲਾਗੇ ਪਿੰਡ ਆਹਲੂ ਵਿਖੇ ਹੋਇਆ ਸੀ। ਮਾਤਾ ਸੁੰਦਰੀ ਜੀ ਦੇ ਲਾਡ ਪਿਆਰ ਵਿੱਚ ਪਲੇ ਅਤੇ ਕੌਮ ਦੇ ਮੋਢੀ ਨਵਾਬ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਵਾਨ ਚੜ੍ਹੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿੱਥੇ ਗੁਰਬਾਣੀ ਅਤੇ ਕੀਰਤਨ ਵਿੱਚ ਮਾਹਰ ਸਨ, ਉੱਥੇ ਆਪ ਤਲਵਾਰਬਾਜ਼ੀ ਦੇ ਵੀ ਧਨੀ ਸਨ। ਖਾਲਸਾ ਰਾਜ ਦੀ ਸਥਾਪਨਾ ਵਿੱਚ ਇਸ ਮਹਾਨ ਯੋਧੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਲ ਖਾਲਸੇ ਦੇ ਮੁਖੀ ਹੋਣ ਦੇ ਨਾਤੇ ਇਹਨਾਂ ਦੀ ਲੀਡਰਸ਼ਿਪ ਹੇਠ ਦਿੱਲੀ ਤੇ ਲਾਹੌਰ ਦੇ ਸਿੱਖਾਂ ਦਾ ਰਾਜ ਕਾਇਮ ਹੋਇਆ। ਇਸ ਮਹਾਨ ਯੋਧੇ ਦੀ ਲੀਡਰਸ਼ਿਪ ਅਤੇ ਪੰਥ ਦੀ ਸੇਵਾ ਸਦਕਾ ਇਹਨਾਂ ਨੂੰ ਨਵਾਬ ਬੰਦੀ ਛੋੜ ਸੁਲਤਾਨ ਉਲ ਕੌਮ ਦੇ ਰੁਤਬਿਆਂ ਨਾਲ ਸਨਮਾਨਿਆ ਗਿਆ। ਮਿਸਲਾਂ ਦੀ ਸਥਾਪਨਾ ਹੋਣ 'ਤੇ ਇਹਨਾਂ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਥਾਪਿਆ ਗਿਆ ਸੀ ਅਤੇ ਬਾਅਦ ਵਿੱਚ ਮਿਸਲਾਂ ਦੇ ਆਪਸੀ ਭੇਦਭਾਵ ਨਜਿੱਠਣ ਦੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਦੇ ਦਿੱਤੀ ਗਈ ਸੀ। ਇੱਥੋਂ ਹੀ ਖਾਲਸਾ ਰਾਜ ਦੀ ਸਥਾਪਨਾ ਦੀ ਨੀਂਹ ਪਈ। ਇਹਨਾਂ ਵੱਲੋਂ ਆਹਲੂਵਾਲੀਆ ਕਿਲ੍ਹਾ ਅਤੇ ਕਟੜਾ ਆਹਲੂਵਾਲੀਆ ਦਾ ਨਿਰਮਾਣ ਕਰਵਾਇਆ ਗਿਆ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ ਤਕਰੀਬਨ ਸਾਰੀਆਂ ਸਮਕਾਲੀ ਲੜਾਈਆਂ ਇਹਨਾਂ ਦੀ ਲੀਡਰਸ਼ਿਪ ਥੱਲੇ ਹੀ ਹੋਈਆਂ। ਅਹਿਮਦ ਸ਼ਾਹ ਵੱਲੋਂ ਹਰਿਮੰਦਰ ਸਾਹਿਬ ਬਾਰੂਦ ਨਾਲ ਉਡਾਉਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੌਜੂਦਾ ਇਮਾਰਤ ਬਣਾਉਣ ਦੀ ਸੇਵਾ ਇਹਨਾਂ ਵੱਲੋਂ ਵਿਸਾਖ 1821 ਸੰਮਤ ਨੂੰ ਕੀਤੀ ਗਈ। ਸਰਹੰਦ ਜਿੱਤਣ ਉਪਰੰਤ ਇਹਨਾਂ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਕਿ ਇਹਨਾਂ ਨੇ ਇੱਕ ਚਾਦਰ ਵਿੱਚ ਵਿਛਾ ਕੇ ਢੇਰੀ ਕਰ ਦਿੱਤੇ ਅਤੇ ਜਿਸ ਨੂੰ ਗੁਰੂ ਕੀ ਚਾਦਰ ਕਿਹਾ ਗਿਆ ਸੀ। ਬਾਕੀ ਸਰਦਾਰਾਂ ਨੇ 5 ਲੱਖ ਰੁਪਏ ਇਕੱਠੇ ਕੀਤੇ ਅਤੇ ਇਹਨਾਂ 14 ਲੱਖ ਰੁਪਈਆਂ ਨਾਲ ਮੌਜੂਦਾ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਮੁੜ ਤੋਂ ਨਿਰਮਾਣ ਹੋਇਆ, ਜੋ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੋਨੇ ਦੀ ਸੇਵਾ ਉਪਰੰਤ ਸਵਰਨ ਮੰਦਰ ਨਾਲ ਜਾਣਿਆ ਜਾਣ ਲੱਗਿਆ। ਸੋਨੇ ਦੀ ਸੇਵਾ ਆਹਲੂਵਾਲੀਆ ਸਰਦਾਰਾਂ ਵੱਲੋਂ ਵੱਧ ਚੜ੍ਹ ਕੇ ਕੀਤੀ ਗਈ। ਹਰਿਮੰਦਰ ਸਾਹਿਬ ਦੇ ਉੱਪਰਲੇ ਸਾਰੇ ਗੁੰਬਦਾਂ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਪੈਰੋਕਾਰ ਫਤਿਹ ਸਿੰਘ ਵੱਲੋਂ ਕੀਤੀ ਗਈ। ਕੱਤਕ ਬਿਕਰਮੀ ਸੰਮਤ 1840 ਜਾਣੀ ਕਿ 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਦਰਬਾਰ ਸਾਹਿਬ ਦਰਸ਼ਨ ਲਈ ਆਏ ਤਾਂ ਅੰਮ੍ਰਿਤਸਰ ਵਿਖੇ ਪੇਟ ਦਰਦ ਹੋਣ ਕਰਕੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸੰਸਕਾਰ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਪਰਿਕਰਮਾ ਵਿੱਚ ਨਵਾਬ ਕਪੂਰ ਸਿੰਘ ਜੀ ਦੀ ਸਮਾਧ ਦੇ ਲਾਗੇ ਕੀਤਾ ਗਿਆ, ਜਿੱਥੇ ਇਸ ਜਗ੍ਹਾ ਉਹਨਾਂ ਦੀ ਇਹ ਸਮਾਧ ਮੌਜੂਦ ਹੈ। ਇਸ ਤਰ੍ਹਾਂ ਗੁਰੂ ਦੇ ਇਸ ਮਹਾਨ ਸਪੂਤ ਸੁਲਤਾਨ ਉਲ ਕੌਮ ਦਾ ਸੇਵਾ ਸਮਰਪਣ ਅਤੇ ਸੰਘਰਸ਼ਮਈ ਜੀਵਨ ਪੂਰਾ ਹੋਇਆ। ਸੋ ਦੋਸਤੋ ਇਹ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਅਤੇ ਤੁਹਾਨੂੰ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ ਅਤੇ ਦੱਸਦੇ ਹਾਂ ਕਿ ਬਾਬਾ ਅਟਲ ਰਾਏ ਜੀ ਕੌਣ ਸਨ ਅਤੇ ਉਹਨਾਂ ਦਾ ਇਸ ਜਗ੍ਹਾ ਦੇ ਨਾਲ ਕੀ ਸੰਬੰਧ ਹੈ। ਸੋ ਆਜੋ ਝਾਤ ਪਵਾਉਂਦੇ ਹਾਂ ਬਾਬਾ ਅਟਲ ਰਾਏ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਇਤਿਹਾਸ ਬਾਰੇ। ਦੋਸਤੋ ਇਹ ਗੁਰਦੁਆਰਾ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ।
ਕਹਿੰਦੇ ਕਿ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਸੰਮਤ 1676 ਈਸਵੀ ਵਿੱਚ ਹੋਇਆ। ਛੋਟੀ ਅਵਸਥਾ ਵਿੱਚ ਹੀ ਬਾਬਾ ਜੀ ਜੋ ਕੁਝ ਆਖਦੇ ਸਨ ਉਹ ਸੱਚ ਹੋ ਜਾਂਦਾ ਸੀ। ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਪ੍ਰਭਾਵ ਦੇ ਕਰਕੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਬਾਬਾ ਜੀ ਕਹਿਣ ਲੱਗ ਪਏ ਸਨ। ਕਹਿੰਦੇ ਕਿ ਬਾਬਾ ਅਟੱਲ ਰਾਏ ਜੀ ਜਦੋਂ ਬਾਲ ਅਵਸਥਾ ਵਿੱਚ ਆਪਣੇ ਹਾਣੀਆਂ ਨਾਲ ਖੁੱਦੋ ਖੁੰਡੀ ਖੇਡਿਆ ਕਰਦੇ ਸਨ ਤਾਂ ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਆਪਣੇ ਸਾਥੀਆਂ ਦੇ ਨਾਲ ਉਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਖੁੱਦੋ ਖੁੰਡੀ ਖੇਡ ਰਹੇ ਸਨ ਤਾਂ ਇੱਕ ਦਿਨ ਉਹਨਾਂ ਦੇ ਸਾਥੀ ਦੇ ਸਿਰ ਵਾਰੀ ਆ ਗਈ। ਉਸ ਬਾਲਕ ਦਾ ਨਾਮ ਸੀ ਬਾਲਕ ਮੋਹਨ। ਜਦੋਂ ਬਾਲਕ ਮੋਹਨ ਦੇ ਸਿਰ ਵਾਰੀ ਆ ਗਈ ਤਾਂ ਬਾਲਕ ਮੋਹਨ ਨੇ ਆਪਣੀ ਜਿਹੜੀ ਵਾਰੀ ਆ ਉਹ ਦੂਸਰੇ ਦਿਨ ਦੇਣ ਦਾ ਵਚਨ ਕਰ ਲਿਆ। ਤਾਂ ਇਸ ਆਸ 'ਤੇ ਆਥਣ ਵੇਲੇ ਨੂੰ ਸਭ ਬਾਲਕ ਅਤੇ ਬਾਬਾ ਜੀ ਘਰਾਂ ਨੂੰ ਚਲੇ ਗਏ ਅਤੇ ਉਸ ਤੋਂ ਬਾਅਦ ਜਦੋਂ ਦੂਸਰੇ ਦਿਨ ਬਾਬਾ ਜੀ ਅਤੇ ਉਹਨਾਂ ਦੇ ਸਾਥੀ ਬਾਲਕ ਮੋਹਨ ਦੀ ਉਡੀਕ ਕਰ ਰਹੇ ਸਨ ਕਿ ਅੱਜ ਉਹਨਾਂ ਸਿਰ ਵਾਰੀ ਹੈ ਤਾਂ ਕਾਫੀ ਉਡੀਕਣ 'ਤੇ ਜਦੋਂ ਬਾਲਕ ਮੋਹਨ ਜੀ ਉਹਨਾਂ ਦੇ ਕੋਲ ਨਾ ਆਏ ਤਾਂ ਬਾਬਾ ਜੀ ਆਪਣੇ ਸਾਥੀਆਂ ਦੇ ਸਮੇਤ ਬਾਲਕ ਮੋਹਨ ਦੇ ਘਰ ਚਲੇ ਗਏ। ਤਾਂ ਅੱਗੇ ਜਾ ਕੇ ਬਾਬਾ ਜੀ ਨੇ ਦੇਖਿਆ ਕਿ ਬਾਲਕ ਮੋਹਨ ਦੇ ਘਰ ਉਹਨਾਂ ਦੇ ਮਾਪੇ ਵਿਰਲਾਪ ਕਰ ਰਹੇ ਸਨ ਅਤੇ ਕਾਫੀ ਲੋਕ ਇਕੱਠੇ ਹੋਏ ਸਨ। ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬਾਬਾ ਅਟੱਲ ਰਾਏ ਜੀ ਨੇ ਬਾਲਕ ਮੋਹਨ ਦੇ ਮਾਤਾ ਪਿਤਾ ਤੋਂ ਪੁੱਛਿਆ ਕਿ ਕੀ ਹੋ ਗਿਆ। ਫਿਰ ਉਹਨਾਂ ਨੇ ਸਾਰੀ ਵਿਥਿਆ ਦੱਸੀ ਕਿ ਰਾਤ ਮੋਹਨ ਦੇ ਸੱਪ ਲੜਨ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਤਾਂ ਬਾਬਾ ਜੀ ਅੱਗੇ ਵਧੇ ਅਤੇ ਉਹਨਾਂ ਨੇ ਬਾਲਕ ਮੋਹਨ ਦੇ ਗਲ ਦੇ ਵਿੱਚ ਖੂੰਡੀ ਪਾ ਕੇ ਕਿਹਾ ਕਿ ਉੱਠ ਸਾਡੀ ਵਾਰੀ ਦੇ। ਤਾਂ ਦੋਸਤੋ ਉਸ ਸਮੇਂ ਅਜਿਹਾ ਚਮਤਕਾਰ ਹੋਇਆ ਕਿ ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਗਏ ਅਤੇ ਦੱਸਿਆ ਜਾਂਦਾ ਹੈ ਕਿ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਕੀਤਾ ਤਾਂ ਬਾਲਕ ਮੋਹਨ ਸੀ ਜਿਹੜੇ ਉਹ ਦੁਬਾਰਾ ਜਿਉਂਦੇ ਹੋ ਗਏ, ਮੁੜ ਸੁਰਜੀਤ ਹੋ ਉੱਠੇ। ਇਸ ਗੱਲ ਦੀ ਚਰਚਾ ਪੂਰੇ ਸ਼ਹਿਰ ਦੇ ਵਿੱਚ ਫੈਲ ਗਈ ਅਤੇ ਸਤਿਗੁਰ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ। ਬਾਬਾ ਅਟੱਲ ਰਾਏ ਜੀ ਅਤੇ ਸਤਿਗੁਰ ਜੀ ਅਕਾਲ ਤਖਤ ਸਾਹਿਬ ਆਏ ਅਤੇ ਸਤਿਗੁਰ ਜੀ ਨੇ ਫਰਮਾਇਆ ਭਾਣਾ ਉਲਟਿਆ। ਬਾਬਾ ਜੀ ਨੇ ਸਮਝ ਲਿਆ ਕਿ ਨਮਸਕਾਰ ਕਰਕੇ ਅਡੋਲ ਚਲੇ ਗਏ। ਇਸ ਥਾਂ ਚਾਦਰ ਤਾਣ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਇਹ ਕੌਤਕ ਸੰਮਤ 1685 ਅੱਸੂਵਦੀ 10ਵੀਂ ਵਾਲੇ ਦਿਨ ਵਰਤਿਆ। ਪਤਾ ਲੱਗਣ 'ਤੇ ਸੰਗਤਾਂ ਸਮੇਤ ਸਤਿਗੁਰ ਜੀ ਇੱਥੇ ਆਏ ਅਤੇ ਆਪਣੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦੇ ਇੱਥੇ ਸੰਸਕਾਰ ਕੀਤਾ। ਸੰਸਕਾਰ ਕਰਨ ਸਮੇਂ ਜਿਸ ਥਾਂ 'ਤੇ ਹਜ਼ੂਰ ਸੰਗਤਾਂ ਦੇ ਨਾਲ ਬਿਰਾਜਮਾਨ ਹੋਏ ਸਨ ਉਸ ਜਗ੍ਹਾ 'ਤੇ ਦੋਸਤੋ ਇਹ ਬਾਰਾਂਦਰੀ ਗੁਰਦੁਆਰਾ ਬਣਿਆ ਹੋਇਆ ਹੈ। ਸੋ ਇਹ ਦੇਖ ਲਓ ਬਾਰਾਂਦਰੀ ਗੁਰਦੁਆਰੇ ਦੀ ਬਿਲਡਿੰਗ ਇਹ। ਅਤੇ ਜਦੋਂ ਅਕਾਲ ਚਲਾਣਾ ਕਰਨ ਸਮੇਂ ਬਾਬਾ ਜੀ ਦੀ ਅਵਸਥਾ ਸਿਰਫ 9 ਸਾਲ ਦੀ ਸੀ। ਸੰਗਤਾਂ ਨੇ ਸੰਸਕਾਰ ਵਾਲੀ ਥਾਂ 'ਤੇ ਸੰਮਤ 1835 ਦੇ ਵਿੱਚ ਇਹ 9 ਮੰਜ਼ਿਲਾ ਗੁਰਦੁਆਰਾ ਬਣਵਾਇਆ ਸੀ। ਇਹ ਇਮਾਰਤ ਅੰਮ੍ਰਿਤਸਰ ਵਿਖੇ ਬਣੀਆਂ ਸਾਰੀਆਂ ਇਮਾਰਤਾਂ ਦੇ ਵਿੱਚੋਂ ਉੱਚੀ ਇਮਾਰਤ ਹੈ ਅਤੇ ਇਸੇ ਇਮਾਰਤ ਨੂੰ ਬਾਬਾ ਅਟੱਲ ਰਾਏ ਜੀ ਦੀ ਯਾਦਗਾਰ ਮੰਨਿਆ ਜਾਂਦਾ ਹੈ। ਸੋ ਦੋਸਤੋ ਜਦੋਂ ਵੀ ਆਪਾਂ ਅੰਮ੍ਰਿਤਸਰ ਵਿਖੇ ਆਈਏ ਤਾਂ ਕਈ ਮੇਰੇ ਦੋਸਤ ਦਰਬਾਰ ਸਾਹਿਬ ਤੋਂ ਹੋ ਕੇ ਵਾਪਸ ਚਲੇ ਜਾਂਦੇ ਨੇ ਉੱਥੇ ਮੱਥਾ ਟੇਕ ਕੇ। ਸਾਨੂੰ ਚਾਹੀਦਾ ਹੈ ਕਿ ਖੁੱਲ੍ਹਾ ਟਾਈਮ ਕੱਢ ਕੇ ਆਈਏ ਅਤੇ ਸਾਨੂੰ ਹੋਰ ਵੀ ਜੋ ਵੀ ਆਪਣੇ ਇਤਿਹਾਸਕ ਜਗ੍ਹਾ ਨੇ, ਇਤਿਹਾਸਕ ਗੁਰਦੁਆਰੇ ਨੇ, ਸ੍ਰੀ ਅੰਮ੍ਰਿਤਸਰ ਵਿਖੇ ਬਹੁਤ ਸਾਰੇ ਗੁਰਦੁਆਰੇ ਨੇ ਜਿਹੜੇ ਇਤਿਹਾਸਕ ਨੇ, ਜਿਵੇਂ ਕਿ ਭਾਈ ਸਾਲੋ ਜੀ ਦਾ ਗੁਰਦੁਆਰਾ ਹੈ, ਉੱਥੇ ਪਾਥੀਆਂ ਚੜ੍ਹਦੀਆਂ ਨੇ ਅਤੇ ਗੁਰੂ ਕੇ ਮਹਿਲ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦਾ ਰਾਮ ਤੀਰਥ ਹੋ ਗਿਆ। ਅਤੇ ਦੋਸਤੋ ਇੱਕ ਇਹ ਹੋ ਗਿਆ ਬਾਬਾ ਆਪਣੇ ਅਟੱਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ। ਹੋਰ ਵੀ ਕਈ ਗੁਰਦੁਆਰਾ ਸਾਹਿਬ ਨੇ। ਤਾਂ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ
ਅਤੇ ਆਪਣੇ ਰਿਸ਼ਤੇਦਾਰਾਂ ਨੂੰ ਅਸੀਂ ਇੱਥੇ ਟਾਈਮ ਕੱਢ ਕੇ ਜ਼ਰੂਰ ਲੈ ਕੇ ਆਈਏ ਅਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਦੱਸੀਏ ਅਤੇ ਦੱਸੀਏ ਕਿ ਕੌਣ ਸਨ ਬਾਬਾ ਟਲ ਰਾਏ ਜੀ ਅਤੇ ਕੀ ਸੰਬੰਧ ਸੀ ਉਹਨਾਂ ਦਾ ਗੁਰੂ ਹਰਗੋਬਿੰਦ ਜੀ ਦੇ ਨਾਲ। ਸੋ ਦੋਸਤੋ, ਇੰਨੀ ਕੁ ਬੇਨਤੀ ਕਬੂਲ ਕਰਿਓ ਅਤੇ ਦੋਸਤੋ, ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਹੋਰ ਲੋਕਾਂ ਦੇ ਨਾਲ ਸਾਂਝੀ ਕਰਿਓ। ਧੰਨਵਾਦ।